ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਇਸ ਸਮੇਂ ਅਸੀਂ ਵੈਨਕੂਵਰ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਆਰਟ ਗੈਲਰੀ ਦੇ ਅੱਗੇ ਇਸ ਸਮੇਂ ਇੱਕ ਰੈਲੀ ਕੀਤੀ ਜਾ ਰਹੀ ਹੈ। ਦਰਅਸਲ ਇਹ ਰੈਲੀ ਪ੍ਰਵਾਸੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਪ੍ਰਵਾਸੀ ਇੱਥੇ ਰੈਲੀ ਕਰਨ ਦੇ ਵਾਸਤੇ ਜਿਹੜੇ ਇੱਥੇ ਮੌਜੂਦ ਨੇ ਕੈਨੇਡਾ ਵਿੱਚ ਵਰਕ ਪਰਮਿਟ ਦੇ ਉੱਤੇ ਨੇ, ਕੋਈ ਰਿਫਿਊਜੀ ਨੇ ਤੇ ਆਪਣੇ ਸਟੇਟਸ ਨੂੰ ਲੈ ਕੇ ਕਈਆਂ ਦੇ ਵੱਲੋਂ ਅਪਲਾਈ ਵੀ ਕੀਤਾ ਹੋਇਆ ਤੇ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਸਰਕਾਰ ਤੋਂ ਇਹ ਲਗਾਤਾਰ ਲੰਮੇ ਸਮੇਂ ਤੋਂ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਕੈਨੇਡਾ ਵਿੱਚ ਪੱਕੇ ਕੀਤਾ ਜਾਵੇ, ਕਿਉਂਕਿ ਇਹ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਟੈਕਸ ਵੀ ਭਰ ਰਹੇ ਨੇ, ਪਰ ਆਇਲਸ ਨਾ ਕੀਤੇ ਜਾ ਸਕਣ ਦੇ ਕਰਕੇ ਇਹਨਾਂ ਨੂੰ ਦਿੱਕਤ ਆ ਰਹੀ ਹੈ, ਜਿਹੜੀ ਉਸੇ ਕਮੀ ਦੇ ਕਰਕੇ ਯੋਗਤਾ ਨੂੰ ਪੂਰਾ ਨਹੀਂ ਕਰ ਪਾਉਂਦੇ ਤੇ PR ਦੇ ਵਾਸਤੇ ਜਿਹੜੇ ਪ੍ਰੋਗਰਾਮ ਵੀ ਕੱਢੇ ਗਏ ਤੇ ਇਸ ਸਮੇਂ ਉਸ ਦੀ ਯੋਗਤਾ ਨੂੰ ਪੂਰਾ ਨਾ ਕਰ ਸਕਣ ਕਰਕੇ ਆਪਣੀ PR ਨਹੀਂ ਲਾ ਸਕੇ, ਜਿਸ ਦੇ ਕਰਕੇ ਇਹ ਸੰਘਰਸ਼ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਕਈ ਅਜਿਹੇ ਨੇ ਜਿਹੜੇ ਕਿ ਆਪਣੇ ਛੋਟੇ ਬੱਚਿਆਂ ਨੂੰ ਭਾਰਤ ਵਿੱਚ ਛੱਡੀ ਬੈਠੇ ਨੇ ਇਸ ਮਜਬੂਰੀ ਦੇ ਵਿੱਚ ਕਿ ਇੱਥੇ ਉਹਨਾਂ ਨੇ ਕਈ ਜਿਹੜੇ 30-30 40-40 ਹਜ਼ਾਰ ਡਾਲਰ ਦੇ ਕੇ LMI ਲਈ ਹੋਈ ਹੈ, ਤਾਂ ਉਸ ਤੋਂ ਬਾਅਦ ਉਹ ਹਜੇ ਭਾਰਤ ਜਾ ਵੀ ਨਹੀਂ ਸਕਦੇ ਤੇ ਇੱਥੇ ਵੀ ਖਰਚਾ ਜਿਹੜਾ ਕਾਫੀ ਮੁਸ਼ਕਲ ਦੇ ਨਾਲ ਪੂਰਾ ਹੁੰਦਾ ਹੈ, ਤਾਂ ਉਹ ਕਾਫੀ ਜ਼ਿਆਦਾ ਸੰਘਰਸ਼ ਕਰ ਰਹੇ ਨੇ ਤੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ। ਤੇ ਇਸੇ ਮੰਗ ਨੂੰ ਲੈ ਕੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਵੀ ਕੀਤੀ ਹੈ। ਕਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਤੁਹਾਨੂੰ ਇੱਕ ਇੱਕ ਕਰਕੇ ਸਾਰਿਆਂ ਦੇ ਵੱਲੋਂ ਸੁਣਾਵਾਂਗੇ ਕਿ ਕਿਸ ਤਰ੍ਹਾਂ ਇਸ ਮੰਗ ਨੂੰ ਕੀਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਕਿਹੜੀਆਂ ਮੰਗਾਂ ਅੱਗੇ ਰੱਖੀਆਂ ਗਈਆਂ ਨੇ ਸਰਕਾਰ ਦੇ ਸਾਹਮਣੇ, ਤੇ ਇਸ ਦੇ ਨਾਲ ਹੀ ਕਿ ਜਿਹੜੇ ਕੈਨੇਡਾ ਸਰਕਾਰ ਨੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਸੀ ਉਹਨਾਂ ਦੇ ਨਾਲ ਇਹਨਾਂ ਨੂੰ ਫਾਇਦਾ ਕਿਉਂ ਨਹੀਂ ਹੋਇਆ, ਇਸ ਦੇ ਬਾਰੇ ਵੀ ਜਾਣਦੇ ਹਾਂ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਸਿਮਰ ਆ। ਸੋ ਇਹ ਰੈਲੀ ਦਾ ਕਾਰਨ ਇਹ ਹੈ ਕਿਉਂਕਿ ਅਸੀਂ ਬਹੁਤ ਚਿਰ ਦੀ ਵੇਟ ਕਰ ਰਹੇ ਸੀ ਨਾ ਕਿ ਕੁਝ ਗਵਰਨਮੈਂਟ ਸਾਨੂੰ ਕੁਝ ਇੱਦਾਂ ਦਾ ਸਟੈਪ ਦੇਵੇ ਕਿ ਜਿਹੜੇ ਵੀ ਵਰਕ ਪਰਮਿਟਸ ਹੋਲਡਰ ਆ, ਰਿਫਿਊਜੀ ਆ ਜਿਹੜੇ ਰਹਿੰਦੇ ਹੈ ਨਾ, ਉਹ ਐਟਲੀਸਟ ਆ ਜਾਣ, ਪਰ ਉਹਦੇ ਵਿੱਚ ਹਜੇ ਤੱਕ ਕੁਛ ਇੱਦਾਂ ਦਾ ਨਹੀਂ ਹੋਇਆ ਹੈਗਾ। ਸੋ ਹਾਰ ਕੇ ਅਸੀਂ ਆਪਣੀ ਜਿਹੜੀ ਹੈਗੀ ਆ ਗਰਾਊਂਡ ਲੈਵਲ ਤੇ ਇੱਕ ਨਾਰਮਲ ਪਰਸਨ ਦੀ ਇੱਕ ਰੈਲੀ ਹੈਗੀ ਆ। ਸੋ ਅਸੀਂ ਗਵਰਨਮੈਂਟ ਤੋਂ ਰਿਕੁਐਸਟ ਕਰਦੇ ਹੈਗੇ ਕਿ ਪਲੀਜ਼ ਸਾਡੀ ਜਿਹੜੀ ਵੌਇਸ ਹੈਗੀ ਆ ਤੁਹਾਡੇ ਤੱਕ ਪਹੁੰਚੇ, ਐਂਡ ਜਿਹੜੇ ਵੀ ਇੱਥੇ ਕਾਫੀ ਲੌਂਗ ਟਾਈਮ ਦੇ ਲੋਕੀ ਵੇਟ ਕਰ ਰਹੇ ਹੈਗੇ ਹੈ ਨਾ ਆਪਣੀ ਪਰਮਾਨੈਂਟ ਰੈਸੀਡੈਂਸੀ ਵਾਸਤੇ, ਉਹਨਾਂ ਨੂੰ PR ਦਿੱਤੀ ਜਾਵੇ ਇੱਥੇ। ਤੇ ਫਿਰ ਜਿਵੇਂ ਦੇ ਵਿੱਚ ਲਿਖਿਆ ਹੋਇਆ ਹੈ, ਪੋਸਟਰ ਵੀ ਹੈਗੇ ਨੇ, ਉਹਨਾਂ ਵਿੱਚ ਲਿਖਿਆ ਹੋਇਆ ਕਿ ਟਰੱਕ ਡਰਾਈਵਰ ਵੀ ਤੇ ਉਹ ਵੀ ਸਾਰੇ ਅਸੈਂਸ਼ੀਅਲ ਨੇ, ਉਹਨਾਂ ਨੂੰ ਵੀ ਅਸੈਂਸ਼ੀਅਲ ਵਰਕਰਸ ਦੇ ਵਿੱਚ ਮੰਨ ਕੇ ਉਹ ਕੀਤਾ ਜਾਵੇ, ਪਰ ਅਸੈਂਸ਼ੀਅਲ ਕਾਮਿਆਂ ਦੇ ਵਾਸਤੇ ਉਹਨਾਂ ਨੇ ਕੱਢਿਆ ਸੀ PR ਦੇ ਵਾਸਤੇ ਜਿਹੜਾ ਪ੍ਰੋਗਰਾਮ ਕੱਢਿਆ ਸੀ 30,000 ਜਣਿਆਂ ਨੂੰ ਪੱਕੇ ਕਰਨ ਦੇ ਬਾਰੇ, ਉਸ ਦੇ ਵਿੱਚ ਗਿਣਤੀ ਸੀ। ਓਕੇ, ਜਿਹੜਾ ਇਹਨਾਂ ਨੇ 30 ਵਾਲਾ ਕੱਢਿਆ ਸੀਗਾ ਹੈ ਨਾ, ਕਿਉਂਕਿ ਬਹੁਤ ਲੋਕੀ ਇਸ ਚੀਜ਼ ਦੀ ਵੇਟ ਕਰ ਰਹੇ ਸੀ ਕਿ ਨਵੰਬਰ ਤੱਕ ਦਾ ਟਾਈਮ ਆਪਣੇ ਕੋਲ ਹੈਗਾ ਆ, ਪਰ ਉਹ ਨਵੰਬਰ ਤੱਕ ਦੀ ਗਵਰਨਮੈਂਟ ਨੇ ਵੇਟ ਹੀ ਨਹੀਂ ਕੀਤੀ, ਉਹਨੇ ਇੱਕ ਬੈਗ ਹੀ ਸਾਰਾ ਕੁਝ ਖੋਲ੍ਹ ਦਿੱਤਾ। ਹੁਣ ਉਹਦੇ ਵਿੱਚ ਵੀ ਕਈ ਲੋਕਾਂ ਨੇ ਫਾਈਲਾਂ ਗਲਤ ਸਬਮਿਟ ਕਰਤੀਆਂ ਹੋਈਆਂ, ਪਰ ਜਿਨ੍ਹਾਂ ਦੇ ਕੋਲ ਜੈਨੂਅਨ ਸੀਗਾ, ਜਿਨ੍ਹਾਂ ਨੇ ਆਇਲਟਸ ਕਰਕੇ ਬੈਂਡਸ ਰਿਕੁਆਇਰ ਕੀਤੇ ਸੀਗੇ, ਉਹ ਤੇ ਵੇਟ ਕਰਦੇ ਰਹਿ ਗਏ, ਉਹਨਾਂ ਦਾ ਤਾਂ ਕੁਝ ਵੀ ਨਹੀਂ ਬਣਿਆ। ਉਹ ਹੁਣ ਕਿੱਥੇ ਜਾਣਗੇ ਸਾਰੇ? ਤੁਸੀਂ ਮੰਗ ਕਰ ਰਹੇ ਕਿ ਕੋਈ ਹੋਰ ਅਜਿਹਾ ਪ੍ਰੋਗਰਾਮ ਲਿਆਂਦਾ ਜਾਵੇ ਜਿਨ੍ਹਾਂ ਤਹਿਤ ਪੱਕੇ ਕੀਤੇ ਜਾਣ। ਅਸੀਂ ਇਹੀ ਡਿਮਾਂਡ ਕਰ ਰਹੇ ਹਾਂ, ਗਵਰਨਮੈਂਟ ਤੋਂ ਰਿਕੁਐਸਟ ਕਰਦੇ ਪਏ ਹਾਂ ਕਿ ਪਲੀਜ਼ ਸਾਡੀ ਜਿਹੜੀ ਗਰਾਊਂਡ ਲੈਵਲ ਤੇ ਆ ਕੇ ਪ੍ਰੋਬਲਮਸ ਦੇਖੋ, ਲੋਕਾਂ ਨੇ ਕੰਮ ਕੀਤਾ ਹੈ, ਟੈਕਸ ਪੇ ਕੀਤੇ, ਸਾਰਾ ਕੁਝ ਕੀਤਾ ਹੈ, ਐਂਡ ਪਲੱਸ ਜਿਹੜੀ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ 26 ਮਾਰਚ ਨੂੰ ਜਿਹੜੀ ਅਪੀਲ ਹੋਈ ਸੀਗੀ ਹੈ ਨਾ, ਉਹਦੇ ਵਿੱਚ ਇਹੀ ਹੋਇਆ ਸੀ ਕਿ ਹਾਂ ਜਿਹੜਾ ਬਿੱਲ ਪਾਸ ਕੀਤਾ ਸੀ ਐਟਲੀਸਟ ਸਾਨੂੰ ਉਹੀ ਕਰ ਦੇਣ, ਉਹਦੇ ਵਿੱਚ ਅਸੀਂ ਸਾਰੇ ਕਵਰ ਹੁੰਦੇ ਹੈਗੇ ਆ। ਸੋ ਸਾਡੀ ਇਹੀ ਰਿਕੁਐਸਟ ਹੈ ਗਵਰਨਮੈਂਟ ਤੋਂ ਹੱਥ ਜੋੜ ਕੇ ਕਿ ਪਲੀਜ਼ ਸਾਡੀ ਆਵਾਜ਼ ਸੁਣੇ, ਸਾਰਿਆਂ ਨੂੰ ਪੱਕੇ ਕੀਤਾ ਜਾਵੇ ਜਿਹੜੇ ਇੱਥੇ ਆਲਰੇਡੀ ਹੈਗੇ ਆ। ਹਾਂਜੀ, ਅਸੀਂ ਦੱਸਣਾ ਚਾਹੁੰਦੇ ਹਾਂ ਜਿੱਦਾਂ ਹੁਣ ਆਈਲਟਸ ਵਗੈਰਾ ਕਰਦੇ ਪ੍ਰੋਪਰ ਸਾਡੇ ਬੈਂਡ ਵਗੈਰਾ ਨਹੀਂ ਆਉਂਦੇ ਹੈਗੇ, ਤੇ ਇਹ ਹੈ ਕਿ ਅਸੀਂ ਗਵਰਨਮੈਂਟ ਨੂੰ ਪ੍ਰੋਪਰ ਆਪਣੇ COVID-19 ਵਿੱਚ ਵੀ ਕੰਮ ਕੀਤਾ ਵਾ, ਕੋਈ ਸਾਡੀ ਸੁਣਵਾਈ ਨਹੀਂ, ਸਾਨੂੰ ਪੱਕੇ ਕੀਤਾ ਜਾਵੇ, ਸਾਰਿਆਂ ਨੂੰ ਪੱਕੇ ਕੀਤਾ ਜਾਵੇ, ਵਰਕ ਪਰਮਿਟ ਵਾਲਿਆਂ ਨੂੰ ਵੀ। ਤੇ ਇਹ ਸਾਡੀ ਰਿਕੁਐਸਟ ਹੈ ਟਰੂਡੋ ਦੇ ਅੱਗੇ, ਕਿਉਂਕਿ ਸਾਡੀ ਫੈਮਿਲੀ ਜਿਹੜੇ ਸਾਡੇ ਬੱਚੇ ਇੰਡੀਆ ਬੈਠੇ ਆ, ਅਸੀਂ ਇੱਥੇ ਬੈਠੇ ਆ, ਕਿਤੇ ਜਾ ਨਹੀਂ ਮਿਲ ਨਹੀਂ ਸਕਦੇ ਬੱਚਿਆਂ ਨੂੰ। ਮੈਨੂੰ 1.5 ਸਾਲ ਹੋ ਗਏ ਬੱਚਿਆਂ ਨੂੰ ਮਿਲਿਆ ਨੂੰ, ਤੇ ਮੈਂ ਮਿਲੀ ਨਹੀਂ ਹੁਣ ਤੱਕ ਦੇ ਬੱਚਿਆਂ ਨੂੰ। ਇੱਕ COVID-19 ਕਰਕੇ ਕੋਈ ਪਲੇਨ ਵਗੈਰਾ ਨਹੀਂ ਜਾਂਦੇ, ਸਿਰਫ ਫੋਨ ਤੇ ਗੱਲਾਂ ਹੋ ਰਹੀਆਂ ਮੇਰੇ ਬੱਚਿਆਂ ਨਾਲ। ਬੱਚੇ ਛੋਟੇ ਆ। ਹਾਂਜੀ, ਉੱਥੇ ਮੈਂ ਪਿੰਡ ਜਿੱਦਾਂ ਸ਼ਹਿਰ ਵਿੱਚ ਮੇਡ ਰੱਖੀ ਹੋਈ ਆ, ਮੇਡ ਦੇ ਥਰੂ ਮੇਡ ਸੰਭਾਲ ਕਰਦੀ ਆ ਉਹਨਾਂ ਦੀ, ਤੇ ਕੀ ਬੱਚਿਆਂ ਦੇ ਇੰਜੈਕਸ਼ਨ ਵਗੈਰਾ ਲੱਗੇ ਆ ਨਹੀਂ ਲੱਗੇ। ਦੇਖੋ ਹੁਣ ਇੱਧਰੋਂ ਇਹ ਬਹੁਤ ਟਰਾਈ ਕਰਦੀਆਂ, ਕਰ ਕਿਸੇ ਦੀ ਮਿਹਨਤ ਕਰਦੀਆਂ ਕਿ ਬੱਚਿਆਂ ਨੂੰ ਕਿਸ ਤਰੀਕੇ ਨਾਲ ਇੰਜੈਕਸ਼ਨ ਵਗੈਰਾ ਲੱਗ ਜਾਣਾ ਨਾ। ਉਹ ਨਹੀਂ, ਮੈਂ ਜਿੱਦਾਂ ਵਰਕ ਪਰਮਿਟ ਤੇ ਆ, ਓਪਨ ਨਹੀਂ ਹੈਗਾ। ਹਾਂਜੀ, LML। ਤੁਸੀਂ ਖੁਦ ਇੰਡੀਆ ਜਾ ਨਹੀਂ ਸਕਦੇ ਇਸ? ਨਹੀਂ, ਹੁਣ ਮੈਂ ਜਾ ਨਹੀਂ ਸਕਦੀ ਅਜੇ, ਤੁਹਾਨੂੰ ਪਤਾ COVID-19 ਕਰਕੇ ਮੁਸ਼ਕਲ ਆ। ਫਿਰ ਜੇ ਉੱਧਰੋਂ ਆਉਂਗੀ ਉੱਧਰੋਂ ਫਿਰ ਐਮੀਗ੍ਰੇਸ਼ਨ ਵਾਲੇ ਦਿੱਲੀ ਵਾਲਿਆਂ ਨੇ ਚਾਹਣ ਨਹੀਂ ਦੇਣਾ ਹੈਗਾ, ਵਰਕ ਪਰਮਿਟ ਵਾਲਿਆਂ ਨੂੰ ਤੰਗ ਕਰਦੇ, ਫਿਰ ਉੱਧਰੋਂ ਵੀ ਆਉਣ ਲੱਗਿਆਂ ਨੂੰ ਵੀ। ਪਰ ਪਲੀਜ਼ ਰਿਕੁਐਸਟ ਹੈ ਟਰੂਡੋ ਦੇ ਅੱਗੇ ਸਾਡੀ ਜ਼ਰੂਰ ਪਹੁੰਚਾਓ ਕਿ ਸਾਰਿਆਂ ਨੂੰ ਵਰਕ ਪਰਮਿਟ ਵਾਲੇ ਪੱਕੇ ਕੀਤਾ ਜਾਵੇ, ਕੋਈ ਬਰੋਬਰ ਅਸੀਂ ਟੈਕਸ ਵਗੈਰਾ ਵੀ ਭਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਆਲ ਵਰਕ ਪਰਮਿਟ ਰਿਫਿਊਜੀ ਜੋ ਵੀ ਆ ਉਹਨਾਂ ਨੂੰ ਸਾਰਿਆਂ ਨੂੰ ਪੱਕਾ ਕੀਤਾ ਜਾਵੇ। ਸਾਡੀ ਸਰਕਾਰ ਕੋਲੋਂ ਇਹੋ ਹੀ ਮੰਗ ਆ ਕਿ ਸਾਰਿਆਂ ਨੂੰ ਪੱਕਾ ਕੀਤਾ ਜਾਵੇ, ਜੋ ਇੰਨੇ ਚਿਰ ਤੋਂ ਸਟਰਗਲ ਕਰ ਰਹੇ ਉਹਨਾਂ ਦੀ ਸਟਰਗਲ ਨੂੰ ਪੂਰਾ ਕੀਤਾ ਜਾਵੇ। ਤੁਸੀਂ ਕਿੰਨੇ ਸਾਲ ਤੋਂ ਸਟਰਗਲ ਕਰ ਰਹੇ? ਅਸੀਂ 4.5 ਸਾਲ ਤੋਂ ਹਾਂਜੀ ਸਟਰਗਲ ਕਰ ਰਹੇ ਹਾਂ। ਗੌਰਮੈਂਟ ਨੂੰ ਇਹ ਦੇਖਣਾ ਚਾਹੀਦਾ ਜਿਨ੍ਹਾਂ ਨੇ ਕੋਈ ਵੀ ਗੌਰਮੈਂਟ ਤੋਂ ਕਰੋਨਾ ਵਾਇਰਸ ਤੇ ਚੱਲਦਿਆਂ ਹੋਇਆ ਕੋਈ ਵੀ ਬੈਨੀਫਿਟ ਨਹੀਂ ਲਿਆ, ਕੰਮ ਕਰਦੇ ਰਹੇ ਆ, ਜਿਨ੍ਹਾਂ ਨੇ
ਰੈਗੂਲਰ ਟੈਕਸ ਭਰਿਆ ਉਹਨਾਂ ਦੀਆਂ ਫਾਈਲਾਂ ਕੱਢ ਕੇ ਉਹਨਾਂ ਨੂੰ ਵੀ ਪੱਕਿਆ ਕੀਤਾ ਜਾਵੇ। ਤੇ ਤੁਸੀਂ ਆਪਣੇ ਪਰਿਵਾਰ ਦੇ ਸਮੇਤ ਇੱਥੇ ਹੋ? ਹਾਂਜੀ, ਮੇਰੇ ਪਰਿਵਾਰ ਸਮੇਤ, ਮੇਰੇ ਹਸਬੈਂਡ, ਮੇਰੇ 2 ਬੱਚੇ ਆ। ਹੁਣ ਮੇਰੇ ਬੱਚੇ ਜਿਹੜੇ ਆ 16 ਸਾਲ ਦੇ ਹੋ ਗਏ ਆ, ਉਹਨਾਂ ਕੋਲ ਕੋਈ SIN ਨੰਬਰ ਵਗੈਰਾ ਨਹੀਂ ਆ, ਉਹ ਕੋਈ ਕੰਮ ਨਹੀਂ ਕਰ ਸਕਦੇ। ਇਸ ਲਈ ਅਸੀਂ ਗਵਰਨਮੈਂਟ ਕੋਲੋਂ ਮੰਗ ਕਰਦੇ ਆ ਸਾਨੂੰ ਪੱਕਿਆ ਕੀਤਾ ਜਾਵੇ, ਅਸੀਂ ਤਾਂ ਕਿ ਗਵਰਨਮੈਂਟ ਨੂੰ ਹੋਰ ਟੈਕਸ ਪੇ ਕਰ ਸਕੀਏ। ਤੇ ਫਿਰ ਜਿਵੇਂ ਤੁਸੀਂ ਕਿਹਾ ਉਹਨਾਂ ਕੋਲ SIN ਨਹੀਂ ਹੈਗਾ, ਇਹ ਕੀ ਪ੍ਰਕਿਰਿਆ ਹੁੰਦੀ ਹੈ ਕਿ ਜਿਵੇਂ ਰਿਫਿਊਜੀ ਸਟੇਟਸ ਹੈ ਤਾਂ ਅੱਗੇ ਬੱਚਿਆਂ ਦੇ ਵਾਸਤੇ ਵੀ ਜਿਵੇਂ ਇੱਥੇ ਪੜ੍ਹਾਈ ਵੀ ਕਰਦੇ ਹੋਣੇ ਤਾਂ ਫਿਰ ਕਿਸ ਆਧਾਰ ਤੇ? ਬੱਚਿਆਂ ਨੂੰ ਸਟੱਡੀ ਪਰਮਿਟ ਦਿੱਤਾ ਗਿਆ ਵਾ, ਉਹ ਸਟੱਡੀ ਪਰਮਿਟ ਤੇ ਆਪਣੀ ਸਟੱਡੀ ਕਰ ਰਹੇ ਨੇ। ਉਹ ਆਪਣੀ ਅੱਗੇ PR ਅਪਲਾਈ ਨਹੀਂ ਕਰ ਸਕਦੇ ਜਦੋਂ ਤੱਕ ਉਹ ਬਾਲਗ ਨਹੀਂ? ਹਾਂਜੀ, ਨਹੀਂ ਕਰ ਸਕਦੇ। ਨਾ ਅਸੀਂ ਕਿਸੇ ਹੋਰ ਵੀ ਹੁਣ ਸਟੇਟਸ ਵਿੱਚ ਜਾ ਕੇ ਆਪਣੀ PR ਅਪਲਾਈ ਕਰ ਸਕਦੇ ਹਾਂ। ਇਸ ਲਈ ਸਾਡੀ ਗਵਰਨਮੈਂਟ ਕੋਲੋਂ ਮੰਗ ਆ ਕਿ ਗਵਰਨਮੈਂਟ ਪੱਕਿਆ ਕੀਤਾ ਜਾਵੇ, ਸਾਰਿਆਂ ਨੂੰ ਪੱਕਿਆ ਕੀਤਾ ਜਾਵੇ, ਰਿਫਿਊਜੀ, ਵਰਕ ਪਰਮਿਟ ਸਾਰਿਆਂ ਨੂੰ ਪੱਕਿਆ ਕੀਤਾ ਜਾਵੇ, ਆਲ ਦਾ ਸਟੇਟਸ ਚੈੱਕ ਕੀਤਾ ਜਾਵੇ ਔਰ ਪੱਕਿਆ ਕੀਤਾ ਜਾਵੇ। ਮੰਗਾਂ ਸਾਡੀਆਂ ਵੀ ਇਹ ਹੈ ਵੀ ਜਿਹੜੇ ਵੀ ਵਰਕਰ ਰਹਿ ਰਹੇ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ 6 7 7 8 8 ਸਾਲ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਵੀ ਸਾਨੂੰ ਪੱਕਾ ਕੀਤਾ ਜਾਵੇ। ਤੁਸੀਂ ਪਹਿਲਾਂ ਵੀ ਕਿੰਨੀਆਂ ਰੈਲੀਆਂ ਕਰ ਚੁੱਕੇ ਹੋ ਤੇ ਇਸ ਮੰਗ ਨੂੰ ਪਿਛਲੇ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਮੰਗ ਕੀਤੀ ਜਾ ਰਹੀ ਹੈ ਤੇ ਵੱਖੋ ਵੱਖਰੇ ਪ੍ਰੋਗਰਾਮ ਵੀ ਸਰਕਾਰ ਨੇ ਐਲਾਨੇ, ਤਾਂ ਉਸ ਤੋਂ ਕੋਈ ਫਾਇਦਾ ਨਹੀਂ ਹੋਇਆ? ਨਹੀਂ ਜੀ, ਸਾਨੂੰ ਵਰਕ ਪਰਮਿਟ ਵਾਲਿਆਂ ਨੂੰ ਕੋਈ ਵੀ ਫਾਇਦਾ ਨਹੀਂ ਆਇਆ, ਨਾ ਰਿਫਿਊਜੀਆਂ ਨੂੰ ਕੋਈ ਇੰਨਾ ਫਾਇਦਾ ਹੋਇਆ ਤੇ ਨਾ ਹੀ ਵਰਕ ਪਰਮਿਟ ਵਾਲਿਆਂ ਨੂੰ ਹੋਇਆ, ਤਾਂ ਸਟੂਡੈਂਟਾਂ ਨੂੰ ਹੋਇਆ ਜਿੰਨਾ ਵੀ ਫਾਇਦਾ ਹੋਇਆ। ਪਰ ਜਿਹੜੇ 90,000 ਦੇ ਵਿੱਚ ਤਾਂ ਸਿਹਤ ਕਾਮੇ ਤੇ ਜ਼ਰੂਰੀ ਕੰਮ ਹੈ, ਉਹਦੇ ਵਿੱਚ ਭੈਣ ਜੀ ਵੱਧ ਤੋਂ ਵੱਧ 10% 15% ਲੋਕ ਆਏ ਆ ਜਿਹੜੇ ਕਰ ਸਕਦੇ, ਜਿਹੜੇ ਸਾਡੇ ਵਰਗੇ ਨਹੀਂ ਕਰ ਸਕਦੇ ਉਹ ਕੋਈ ਵੀ ਨਹੀਂ ਆਏਗਾ। ਅਸੀਂ ਤਾਂ ਮੰਗ ਕਰਦੇ ਹਾਂ ਗਵਰਨਮੈਂਟ ਤੋਂ ਵੀ ਸਾਨੂੰ ਵੀ ਆਈਲੈਟਸ ਵਗੈਰਾ ਨਹੀਂ ਹੁੰਦਾ ਜੀ ਸਾਥੋਂ। ਬੇਸਿਕਲੀ ਅਸੀਂ ਹੁਣ 6 ਸਾਲ ਤੋਂ ਮੈਂ ਇੱਥੇ ਕੰਮ ਕਰ ਰਿਹਾ, ਅਕਸਰ ਸਾਰੇ ਕੰਮ ਕਰਦੇ ਹਾਂ ਜੀ ਅਸੀਂ। ਮਤਲਬ ਜਿਹੜਾ ਵੀ ਮਤਲਬ ਬੇਸਿਕਲੀ ਅਸੀਂ ਆਪਦੀ ਗਰੋਸਰੀ ਲਿਆਉਣੀ ਆ, ਡਾਕਟਰ ਨਾਲ ਗੱਲਬਾਤ ਕਰਨੀ ਆ ਜਾਂ ਹੋਰ ਕੋਈ ਕੰਮਕਾਰ ਕਰਦੇ ਆ, ਕੰਮਾਂ ਕਾਰਾਂ ਤੇ ਸਾਡੇ ਨਾਲ ਕੋਈ ਸਾਨੂੰ ਹੈਲਪ ਦੀ ਲੋੜ ਨਹੀਂ ਪੈਂਦੀ, ਸਾਡਾ ਸਰੀ ਜਾਂਦਾ। ਪਰ ਸਾਨੂੰ ਗਵਰਨਮੈਂਟ ਪੱਕੇ ਕਰੇ। ਸਾਨੂੰ ਹੁਣ 4-5 ਬੈਂਡ ਕਿੱਥੋਂ ਲਿਆਈਏ ਅਸੀਂ? ਹਾਂਜੀ, ਪਰਿਵਾਰ ਇੱਥੇ, ਬੱਚੇ ਇੱਥੇ ਆ ਜੀ, ਉਹ ਪੜ੍ਹੇ, ਬੱਚੇ ਇੱਥੇ ਪੜ੍ਹਦੇ ਆ, +2 ਕੀਤੇ ਬੱਚੇ। ਨਹੀਂ ਪੱਕੇ ਨਹੀਂ ਆਏ ਜੀ। ਅਸੀਂ ਇਹੀ ਮੰਗ ਕਰਦੇ ਹਾਂ ਗਵਰਨਮੈਂਟ ਨੂੰ ਵੀ ਸਾਨੂੰ ਪੱਕਿਆ ਕੀਤਾ ਜਾਵੇ। ਹਾਂਜੀ, ਤੁਸੀਂ ਦੱਸ ਦਿਓ ਕੀ ਮੰਗ ਕਰਦੇ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜਿੱਦਾਂ ਇੰਨੇ ਸਾਲ ਤੋਂ ਜਿਹੜੇ ਵਰਕ ਪਰਮਿਟ ਇੱਥੇ ਰਹਿ ਰਹੇ ਆ ਜਾਂ ਜਿਹੜੇ ਬੰਦੇ ਬਿਨਾਂ ਸਟੇਟਸ ਤੋਂ ਹੁਣ ਇੱਥੇ ਰਹਿ ਰਹੇ ਆ ਜਿਨ੍ਹਾਂ ਦਾ ਸਟੇਟਸ ਇਸ ਟਾਈਮ 0 ਹੋ ਗਿਆ ਆ, ਅਸੀਂ ਤਾਂ ਇਹੀ ਸਰਕਾਰ ਕੋਲ ਮੰਗ ਕਰਦੇ ਕਿ ਤੁਸੀਂ ਉਹਨਾਂ ਨੂੰ ਸਟੇਟਸ ਦਿਓ ਤੇ ਵਰਕ ਪਰਮਿਟ ਵਾਲਿਆਂ ਨੂੰ ਜਿੱਦਾਂ ਵੀ ਆਪ ਤੁਸੀਂ ਪੱਕੇ ਕਰੋ, ਜਿਹੜਾ ਦਾ ਐਕਸਪੀਰੀਅੰਸ ਦੇਖੋ। ਤੇ ਬਾਕੀ ਜੋ ਵੀ ਇੱਥੇ ਬੰਦੇ ਰਹਿ ਰਹੇ ਆ ਸਾਰੇ ਆਪੋ ਆਪਣੇ ਐਕਸਪੀਰੀਅੰਸ ਦੇ ਵਿੱਚ ਸਾਰੇ ਹੈਗੇ, ਕੰਮ ਕਰਦੇ ਆ, ਸਭ ਕੁਝ ਕਰਦੇ ਆ। ਤੁਸੀਂ ਕਮ ਸੇ ਕਮ ਉਹਨਾਂ ਨੂੰ ਕੋਈ ਸਟੇਟਸ ਤਾਂ ਦਿਓ, ਉਹਨਾਂ ਨੂੰ ਕੋਈ ਆਪਣਾ ਰਾਹ ਤਾਂ ਦਿਓ ਅੱਗੇ ਜਾਣ ਦਾ। ਅਸੀਂ ਇਹ ਚਾਹੁੰਦੇ ਹਾਂ ਵੀ ਜਿੱਦਾਂ ਕੈਨੇਡੀਅਨ ਸਰਕਾਰ ਗਵਰਨਮੈਂਟ ਮੋਰੇ ਮੰਗ ਕਰਦੇ ਹਾਂ ਵੀ ਸਾਨੂੰ ਸਾਰਿਆਂ ਨੂੰ ਪੱਕਾ ਕੀਤਾ ਜਾਵੇ, ਬਿਨਾਂ ਸ਼ਰਤ ਤੋਂ ਪੱਕਾ ਕੀਤਾ ਜਾਵੇ। ਅਸੀਂ 3-4 ਸਾਲ ਤੋਂ ਟੈਕਸ ਦੇ ਰਹੇ ਹਾਂ। ਮਿਸੀ ਵਰਕ ਪਰਮਿਟ ਤੇ ਆ, ਮੈਂ ਵਿਜ਼ਟਰ। ਤੁਹਾਨੂੰ ਕੀ ਦਿੱਕਤ ਆ ਰਹੀ ਹੈ ਕਿ ਜਿਹੜਾ ਐਕਸਪੀਰੀਅੰਸ ਹੁੰਦਾ ਹੈ ਉਹ ਵੀ ਤੁਸੀਂ ਕਹਿੰਦੇ ਹੋ ਕਿ ਇੰਨੇ ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ, ਤੇ ਫਿਰ ਉਸ ਤੋਂ ਬਾਅਦ ਕਿਹੜੀ ਚੀਜ਼ ਹੈ ਜਿਹੜੀ ਪੂਰੀ ਨਹੀਂ ਹੋ ਪਾ ਰਹੀ? ਆਈਲੈਟਸ ਨਹੀਂ ਹੋ ਰਹੀ, ਆਈਲੈਟਸ ਦੇ ਨਹੀਂ ਬੈਂਡ ਆ ਰਿਹਾ। 20 ਸਾਲ ਤੋਂ ਪਹਿਲਾਂ ਦੀ ਪੜ੍ਹੇ ਹੋਏ ਆ, ਨਹੀਂ ਹੋ ਰਹੀ। ਪਰਿਵਾਰ ਸਮੇਤ ਇੱਥੇ ਬੱਚੇ ਇੰਡੀਆ ਆ, ਅਸੀਂ ਇੱਥੇ ਆ, ਬੱਚੇ ਉੱਥੇ ਬੈਠੇ ਆ, ਅਸੀਂ ਇੱਥੇ ਬੈਠੇ ਆ। ਪਰਿਵਾਰ ਇਕੱਠਾ ਹੋਣਾ ਚਾਹੀਦਾ, ਸਾਨੂੰ ਟੀਆਰ ਦਿੱਤੀ ਜਾਵੇ, ਗਵਰਨਮੈਂਟ ਮੰਗਿਆ। ਮੈਡਮ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਵੀ ਸਾਨੂੰ 3 ਸਾਲ ਹੋ ਗਏ ਇੱਥੇ ਭਰਦਿਆਂ ਨੂੰ, ਟੈਕਸ ਘੱਟ ਆਉਂਦੇ ਨੂੰ। ਸਾਡੇ ਨਾਲ ਫੈਮਿਲੀ ਆ, ਬੱਚੇ ਆ, ਵੀ ਨਾ ਅਸੀਂ ਹੁਣ ਇੱਧਰ ਜੋਗੇ ਨਾ ਉੱਧਰ ਜੋਗੇ। ਵੀ ਸਰਕਾਰ ਨੂੰ ਹੁਣ ਚਾਹੀਦਾ ਵੀ ਜਿੰਨੇ ਟੈਕਸ ਭਰਦੇ ਆ ਵੀ ਇਹਨਾਂ ਨੂੰ ਵਿਦਆਊਟ ਵੀ ਆਈਲੈਟਸ ਤੋਂ ਸਾਨੂੰ ਹੈਗਾ ਔਖਾ ਵੀ ਅਸੀਂ 20 ਸਾਲ ਹੋ ਗਏ ਪੜ੍ਹਾਈ ਛੱਡੀ ਨੂੰ, ਵੀ ਅਸੀਂ ਪੜ੍ਹ ਨਹੀਂ ਸਕਦੇ, ਹੁਣ ਆਈਲੈਟਸ ਕਰ ਨਹੀਂ ਸਕਦੇ। ਵੀ ਸਾਡਾ ਵੀ ਕੋਈ ਸਟੇਟ 'ਚ ਬਣਾ ਕੇ ਦੇਣਾ ਚਾਹੀਦਾ ਸਰਕਾਰ ਨੂੰ। ਅਸੀਂ ਇਹੀ ਕਹਿੰਦੇ ਆ ਵੀ ਜਿਵੇਂ ਆ ਸਟੂਡੈਂਟਾਂ ਦੇ ਬੈਂਡ ਬੂੰਡ ਘਟਾਏ ਆ ਵੀ ਹੁਣ ਇੰਡੀਆ ਤੋਂ ਉਹ ਤਾਂ ਹੋਰ ਆ ਨਹੀਂ ਰਹੇ। ਇਹਨਾਂ ਨੇ ਜਿਵੇਂ ਹੁਣ 4.5 ਲੱਖ ਦਾ ਟਾਰਗੇਟ ਰੱਖਿਆ ਵੀ ਇਹਨਾਂ ਨੂੰ ਵੀ ਜਿਹੜੇ ਇੱਥੇ ਟੈਕਸ ਭਰ ਰਹੇ ਆ ਇਹਨਾਂ ਨੂੰ ਪੱਕੇ ਕੀਤਾ ਜਾਵੇ। ਇਹੀ ਸਾਡੀ ਮੰਗ ਆ ਵੀ ਕਿਉਂ ਸਾਡੇ ਨਾਲ ਫੈਮਿਲੀ ਆ, ਬੱਚੇ ਆ, ਗਾਂ ਸਕੂਲਾਂ ਵਾਲੇ ਵੀ ਉਹਨਾਂ ਤੋਂ ਮੰਗਦੇ ਆ ਵੀ ਡਾਕੂਮੈਂਟ ਗਾਂ ਦਿਓ। ਅਸੀਂ ਜੀ ਪੇ ਥੋੜ੍ਹੀ ਆ ਤੇ ਜਦੋਂ ਹੁਣ ਵਰਕ ਪਰਮਿਟ ਦੇ ਨੇ ਸਾਨੂੰ 40-50 ਹਜ਼ਾਰ 'ਚ ਵਰਕ ਪਰਮਿਟ ਮਿਲਦੇ ਆ, ਵੀ ਉਨੀ ਸਾਡੀ ਇਨਕਮ ਹੈ ਨਹੀਂ ਗੀ। ਵੀ ਅਸੀਂ ਇਹੀ ਚਾਹੁੰਦੇ ਹਾਂ ਵੀ ਸਰਕਾਰ ਨੂੰ ਵੀ ਸਾਨੂੰ ਪੱਕਾ ਕੀਤਾ ਜਾਵੇ, ਕੋਈ ਸਟੇਟਸ ਦਿੱਤਾ ਜਾਵੇ ਵੀ ਜਾਂ ਕੋਈ ਅਸੀਂ ਆਪਦੇ ਬੱਚਿਆਂ ਦਾ ਫਿਊਚਰ ਬਣਾ ਸਕੀਏ। ਇਹੀ ਹੈ ਜੀ, ਧੰਨਵਾਦ ਜੀ। ਹਾਂਜੀ, ਸਾਡਾ ਰੈਲੀ ਕਰਨ ਦਾ ਜਿਹੜਾ ਮੇਨ ਕਾਰਨ ਇਹੀ ਆ ਵੀ ਜਿਹੜੇ ਨਵੇਂ ਪਲਾਨ ਲੈ ਕੇ ਆ ਰਹੀ ਆ ਸਰਕਾਰ, ਉਹਦਾ ਜਿਹੜਾ ਫਾਇਦਾ ਆ ਉਹ ਇਕੱਲੇ ਵਰਕ ਪਰਮਿਟ ਵਾਲਿਆਂ ਨੂੰ ਅਤੇ ਰਿਫਿਊਜੀਆਂ ਨੂੰ ਹੋਵੇ, ਕਿਉਂਕਿ ਉਹ ਕਾਫੀ ਲੰਬੇ ਟਾਈਮ ਤੋਂ ਜਦੋਜਹਿਦ ਕਰ ਰਹੇ ਆ ਕਿ ਉਹ ਵਰਕ ਪਰਮਿਟ ਜਿਹੜਾ ਬਹੁਤ ਛੇਤੀ ਖਤਮ ਹੋ ਜਾਂਦਾ 2 ਸਾਲਾਂ ਦੇ ਵਿੱਚ। ਅਤੇ ਉਹਨਾਂ ਦੇ ਸਿਰਫ
ਸਿਰਫ ਪੁਆਇੰਟ ਆਈਲੈਟਸ ਕਰਕੇ ਹੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਆ। ਇਹ ਸਾਡੀ ਇਹੀ ਅਪੀਲ ਆ ਸਰਕਾਰ ਨੂੰ ਕਿ ਛੇਤੀ ਛੇਤੀ ਸਾਰੇ ਪੱਕੇ ਕੀਤੇ ਜਾਣ। ਪਰ ਜਿਹੜੇ ਹੁਣ ਪ੍ਰੋਗਰਾਮ ਵੀ ਲਿਆਂਦੇ ਸੀ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ? ਉਹਨਾਂ ਦਾ ਫਾਇਦਾ ਜਿੱਦਾਂ ਹੋਇਆ, ਜਿੱਦਾਂ ਜ਼ਿਆਦਾਤਰ ਜਿਹੜੇ ਆਈਲੈਟਸ ਕਰ ਪਾਉਂਦੇ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਇਆ, ਜਿਹੜੇ ਆਈਲੈਟਸ ਨਹੀਂ ਕਰ ਪਾਉਂਦੇ ਉਹਨਾਂ ਨੂੰ ਬਿਲਕੁਲ ਫਾਇਦਾ ਨਹੀਂ ਹੋਇਆ ਹੈਗਾ। ਹਾਂਜੀ, ਇਸ ਕਰਕੇ ਕਿਉਂਕਿ ਇੱਕ ਇਦਾਂ ਵੀ ਹੈਗੇ ਬੰਦੇ ਕਿ 2012 ਦੇ ਵੀ ਇੱਥੇ ਆਏ ਹੋ ਆ ਅਤੇ ਉਹ ਸਿਰਫ ਉਹਨਾਂ ਦਾ ਐਕਸਪੀਰੀਅੰਸ ਵੀ ਪੂਰਾ ਹੈ, ਸਿਰਫ ਆਈਲੈਟਸ ਨਹੀਂ ਹੋ ਰਹੀ ਉਹਨਾਂ ਕੋਲ। ਇਸ ਕਰਕੇ ਉਹਨਾਂ ਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ। ਹਰੇਕ ਵਾਰੀ ਵਰਕ ਪਰਮਿਟ ਵਧਾਉਣਾ, MSP ਖਤਮ ਹੋਣੇ, ਜਦੋਂ ਵਰਕ ਪਰਮਿਟ ਖਤਮ ਹੁੰਦਾ ਅਤੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਪੱਕਾ ਇੱਕੋ ਵਾਰੀ ਸਰਕਾਰ ਨੂੰ PR ਦੇਣੀ ਚਾਹੀਦੀ ਹੈ, ਕੰਮ ਹੀ ਕਰਨਾ ਸਾਰੀ ਉਮਰ ਇੱਥੇ। ਹਾਂਜੀ, ਇਹੀ ਅਪੀਲ ਆ। ਫਿਰ ਤੁਹਾਡੇ ਵੱਲੋਂ ਰੈਲੀਆਂ ਤਾਂ ਕਿੰਨੀ ਵਾਰ ਕੀਤੀਆਂ ਗਈਆਂ ਨੇ, ਤਾਂ ਇਹਦਾ ਕੋਈ ਅਸਰ ਦਿਖਾਈ ਦਿੰਦਾ ਹੈ? ਹਾਂਜੀ, ਜਿਹੜਾ ਹੁਣ ਅਸੀਂ ਪਹਿਲਾਂ ਵੀ ਜਿੱਦਾਂ ਕੀਤੀ, ਤੁਹਾਨੂੰ ਪਤਾ ਤੁਸੀਂ ਜਾਣਦੇ ਹੀ ਆ। ਹਾਂਜੀ, ਤੁਹਾਡਾ ਪਹਿਲੇ ਦਿਨ ਤੋਂ ਤੁਸੀਂ ਨਾਲ ਸਾਡੇ ਜੁੜੇ ਆ, ਧੰਨਵਾਦ। ਅਤੇ ਹਾਂਜੀ, ਫਰਕ ਪੈਂਦਾ। ਜਿਹੜਾ 90,000 ਦਾ ਇਹਨਾਂ ਨੇ ਵਰਕ ਪਰਮਿਟ ਵਾਲਿਆਂ ਨੇ ਕੱਢਿਆ ਜਿੱਦਾਂ ਵਿੱਚੋਂ, ਅਤੇ ਪਰ ਉਹ ਜਿੱਦਾਂ ਫਾਈਲਾਂ ਤਾਂ ਹੀ ਹੌਲੀ ਹੌਲੀ ਲੱਗ ਰਹੀਆਂ ਸੀ ਕਿਉਂਕਿ ਆਈਲੈਟਸ ਨਹੀਂ ਹੋ ਰਹੀ ਸੀ ਬੰਦਿਆਂ ਕੋਲ, ਗਈਆਂ ਕੋ, ਤਾਂ ਇਹ ਪ੍ਰੋਬਲਮ ਆ। ਅਸੀਂ ਚਾਹੁੰਦੇ ਵੀ ਥੋੜ੍ਹਾ ਸਕੋਰ ਜਾਂ ਘੱਟ ਕਰ ਦੇਣ ਜਾਂ ਜਿੱਦਾਂ ਵੀ ਕੋਈ ਇਹਨਾਂ ਨੂੰ ਹੈਂਡਲ ਕਰਨ, ਕਿਉਂਕਿ ਕਾਫੀ ਲੰਬੇ ਟਾਈਮ ਤੋਂ ਲੋਕੀ ਜੋ ਇਹ ਪ੍ਰੋਬਲਮ 'ਚ ਸਹਿ ਰਹੇ ਆ। ਇਸ ਕਰਕੇ ਬੇਨਤੀ ਸਾਨੂੰ ਸਰਕਾਰ ਨੂੰ ਕਿ ਨਾਇਸਰੀ ਤੌਰ 'ਤੇ ਪੱਕੇ ਕੀਤੇ ਜਾਣ ਬੰਦੇ ਸਾਰੇ ਇੱਥੇ। ਮੈਨੂੰ ਪਿਛਲੇ 4 ਸਾਲ ਤੋਂ ਮੈਂ ਰਹਿ ਰਿਹਾ ਇੱਥੇ, ਮੈਂ ਵਰਕ ਪਰਮਿਟ 'ਤੇ ਹਾਂ ਅਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਰੇ ਜਿੰਨੇ ਵੀ ਵਰਕ ਪਰਮਿਟ ਹੋਲਡਰ ਆ ਉਹਨਾਂ ਨੂੰ ਵਿਦਆਊਟ ਆਈਲੈਟਸ ਜਿਹੜਾ PR ਕੀਤਾ ਜਾਵੇ। ਕਿਉਂ ਮੈਂ ਵੀ 4 ਵਾਰ ਟਰਾਈ ਕਰ ਚੁੱਕਾ ਆਈਲੈਟਸ 'ਤੇ। ਮੈਂ 3 ਮੋਡਿਊਲ ਦੇ ਵਿੱਚੋਂ ਮੇਰੇ ਤਕਰੀਬਨ ਬੈਂਡ ਆ ਜਾਂਦੇ ਆ, ਸਿਰਫ ਇੱਕ ਸਪੀਕਿੰਗ 'ਚੋਂ ਨਹੀਂ ਆਉਂਦੇ, ਅਤੇ ਇਸ ਕਰਕੇ ਬਿਨਾਂ ਆਈਲੈਟਸ 'ਤੇ ਕਰਨਾ ਚਾਹੀਦਾ ਸਾਰਿਆਂ ਨੂੰ। ਹਾਂਜੀ, ਅਸੀਂ ਆਈਲੈਟਸ ਨਹੀਂ ਕਰ ਸਕਦੇ। 3-4 ਸਾਲ ਤੋਂ ਮੈਂ ਕੈਨੇਡਾ 'ਚ ਰਹਿ ਰਿਹਾ ਔਰ ਟੈਕਸ ਹਰ ਸਾਲ ਪੇ ਕਰਦਾ ਜੀ, ਠੀਕ ਹੈ। ਅਤੇ ਕਿਉਂਕਿ ਟਾਈਮ ਹੀ ਨਹੀਂ ਹੁੰਦਾ, ਕੰਮ ਤੋਂ ਆ ਕੇ ਟਾਈਮ ਨਹੀਂ ਹੁੰਦਾ ਤਿਆਰੀ ਕਰਨ ਦਾ। ਨਾ 20-25 ਸਾਲ ਤੋਂ ਹੋ ਗਿਆ ਪੜ੍ਹਾਈ ਛੱਡੀ ਨੂੰ, ਇਸ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਹਾਂਜੀ, ਮੈਂ ਗੌਰਮੈਂਟ ਅੱਗੇ ਇਹ ਡਿਮਾਂਡ ਕਰਨਾ ਚਾਹੁੰਦਾ, ਲੋਕੀ ਇੱਥੇ 5-5 6-6 ਸਾਲ ਤੋਂ ਇੱਥੇ ਵਰਕ ਪਰਮਿਟ 'ਤੇ ਰਹਿ ਰਹੇ ਆ। ਹਰ 2 ਸਾਲ ਬਾਅਦ ਵਰਕ ਪਰਮਿਟ ਜਿਹੜਾ ਐਕਸਪਾਇਰ ਹੋ ਜਾਂਦਾ, ਉਹਨਾਂ ਨੂੰ ਫਿਰ EMPLOYE ਨੂੰ 20-30 ਡਾਲਰ ਪੇ ਕਰਨਾ ਪੈਂਦਾ। ਜਦ ਕਿ ਇੱਥੇ ਕੁਝ ਲੋਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਬੋਲਣ 'ਚ ਇੰਗਲਿਸ਼ 'ਚ ਪ੍ਰੋਬਲਮ ਹੈ ਨਹੀਂ, ਪਰ ਆਈਲੈਟ ਦੇ ਵਿੱਚ 4 ਮੋਡਿਊਲ ਆ ਜਿਨ੍ਹਾਂ 'ਚ ਕਿਸੇ ਟਾਈਮ ਅੱਧਾ ਬੈਂਡ ਘੱਟ ਜਾਂਦਾ, ਉਹਦੇ ਕਰਕੇ ਉਹਨੂੰ PR ਤੋਂ ਰੋਕੇ ਜਾਂਦੇ ਆ। ਕਿਤੇ ਫਿਰ ਐਗਜ਼ਾਮ ਦਿੰਦੇ ਆ, ਫਿਰ ਅਗਲੇ 'ਚੋਂ ਕਿਸੇ ਹੋਰ ਬੈਂਡ ਮੋਡਿਊਲ ਦੇ ਵਿੱਚੋਂ ਅੱਧਾ ਬੈਂਡ ਘੱਟ ਜਾਂਦਾ, ਜਿਹਦੇ ਕਰਕੇ ਉਹਨਾਂ ਦੀ PR ਨਹੀਂ ਹੋ ਰਹੀ। ਸੋ ਇਹਨਾਂ ਨੂੰ ਮੇਨ ਪ੍ਰੋਬਲਮ ਵੀ ਕਿਸੇ ਨੇ ਵੀ ਮੈਨੇਜਰ ਨਹੀਂ ਲੱਗਣਾ ਜਾਂ ਕੁਝ ਇੱਦਾਂ ਦਾ ਹੈ ਨਹੀਂਗਾ। ਉਹਨਾਂ ਨੂੰ ਚਾਹੀਦੀ ਹੈ ਇੱਕ ਲੈਂਗੁਏਜ ਇੱਥੋਂ ਦੀ ਆਉਣੀ ਚਾਹੀਦੀ ਹੈ। ਕੁਝ ਲੋਕ ਬਹੁਤ ਵਧੀਆ ਅੰਡਰਸਟੈਂਡ ਕਰਦੇ ਆ, ਬਹੁਤ ਵਧੀਆ ਬੋਲ ਰਹੇ ਆ, ਪਰ ਆਈਲੈਟਸ ਦਾ ਇਹਨਾਂ ਨੂੰ ਜਾਂ ਤਾਂ ਕੁਝ ਹੋਰ ਡਾਊਨ ਕਰਨਾ ਚਾਹੀਦਾ ਲੈਵਲ, ਜਾਂ ਇਹਨਾਂ ਨੂੰ ਬਿਨਾਂ ਆਈਲੈਟਸ ਤੋਂ ਜਿਹੜੇ ਇੱਥੇ 5-6 ਸਾਲ ਤੋਂ ਰਹਿ ਰਹੇ ਆ ਉਹਨਾਂ ਨੂੰ ਇੱਥੇ ਰਹਿਣ ਦੀ ਰੈਜ਼ੀਡੈਂਸੀ ਦੇਣੀ ਚਾਹੀਦੀ ਹੈ। ਮੇਰੀ ਇਹ ਡਿਮਾਂਡ ਹੈ ਗੌਰਮੈਂਟ। ਜਿਵੇਂ ਕਿ ਤੁਸੀਂ ਸੁਣਿਆ, ਇੱਥੇ ਇਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਇੱਥੇ ਪਹੁੰਚੇ ਹੋਏ ਨੇ, ਪੰਜਾਬੀ ਭਾਈਚਾਰੇ ਤੋਂ ਪ੍ਰਵਾਸੀ ਨੇ ਇੱਥੇ ਪਹੁੰਚੇ ਹੋਏ ਨੇ, ਵਰਕ ਪਰਮਿਟ 'ਤੇ ਨੇ ਜਿਹੜੇ, ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦੇ ਵੱਲੋਂ ਵੀ ਸਾਂਝਾ ਕੀਤਾ ਗਿਆ। ਵੱਖੋ ਵੱਖਰੇ ਸਟੇਟਸ ਨੇ ਇਹਨਾਂ ਦੇ ਕੈਨੇਡਾ ਵਿੱਚ, ਪਰ ਇਹ ਪੱਕੇ ਨਹੀਂ ਹੈਗੇ। ਤਾਂ PR ਦੀ ਮੰਗ ਨੂੰ ਲੈ ਕੇ ਇਹਨਾਂ ਦੇ ਵੱਲੋਂ ਇੱਥੇ ਮੰਗ ਕੀਤੀ ਜਾ ਰਹੀ ਹੈ। ਜਿਵੇਂ ਕਿ ਇਸ ਤੋਂ ਪਹਿਲਾਂ ਕਾਫੀ ਸਮੇਂ ਤੋਂ ਇਹਨਾਂ ਦੇ ਵੱਲੋਂ ਰੈਲੀਆਂ ਵੀ ਕੀਤੀਆਂ ਗਈਆਂ ਸੀ। ਅਸੀਂ PNCN ਦੇ ਰਾਹੀਂ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਸੀ, ਪਟੀਸ਼ਨ ਵੀ ਸ਼ੁਰੂ ਕੀਤੀ ਗਈ ਸੀ, ਪਰ ਉਸ ਤੋਂ ਬਾਅਦ ਵੀ ਜਿਹੜੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਸਰਕਾਰ ਦੇ ਵੱਲੋਂ, ਤਾਂ ਵੱਡੀ ਗਿਣਤੀ ਪ੍ਰਵਾਸੀ ਉਹਨਾਂ ਤੋਂ ਵਾਂਝੇ ਰਹਿ ਗਏ ਕਿ ਉਹ ਪੱਕੇ ਨਹੀਂ ਹੋ ਸਕੇ। ਤੇ ਇਸੇ ਨੂੰ ਲੈ ਕੇ ਜੇਕਰ ਕੋਈ ਹੋਰ ਅਪਡੇਟ ਇਸ ਦੇ ਉੱਤੇ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ।